ਸਾਲ 2020 ਆਪਣੀ ਸਮਾਪਤੀ 'ਤੇ ਹੈ। ਸੋ ਦੋਸਤੋ, ਇਸ ਸਾਲ ਨੇ ਸਾਰੀ ਦੁਨੀਆ ਦਾ ਬਹੁਤ ਹੀ ਨੁਕਸਾਨ ਕੀਤਾ ਹੈ। ਕਰੋਨਾ ਮਹਾਮਾਰੀ ਕਾਰਨ ਸਾਰਾ ਜੀਵਨ ਲੀਹ ਤੋਂ ਲੈ ਗਿਆ ਜਾਪਦਾ ਹੈ। ਸੋ ਸਾਰੇ ਕੰਮਕਾਜ, ਬਿਜ਼ਨਸ ਸਭ ਕੁਝ ਠੱਪ ਹੈ। ਸੋ ਲੋਕਾਂ ਦੀ ਮੌਤ ਹੋਈ ਹੈ। ਬਹੁਤ ਸਾਰੇ ਲੋਕ ਅਜੇ ਵੀ ਹਸਪਤਾਲਾਂ ਵਿੱਚ ਹਨ। ਉਹਨਾਂ ਸਾਰਿਆਂ ਨੂੰ ਸਾਡੀ ਸ਼ਰਧਾਂਜਲੀ। ਸੋ ਦੋਸਤੋ, ਇਸ ਸਾਲ ਦੇ ਸ਼ੁਰੂ ਵਿੱਚ ਸਾਡੇ ਗਾਇਕ ਇਦੂ ਸ਼ਰੀਫ, ਜੋ ਕਿ ਇੱਕ ਲੋਕ ਗਾਇਕ ਸਨ, ਅਤੇ ਉਹ ਸਾਡੇ ਤੋਂ ਵਿਛੜ ਗਏ। ਅਤੇ ਉਹਨਾਂ ਦੀ ਗਾਈ ਹੀਰ ਦੀ ਕਲੀ, ਦੁੱਲਾ ਭੱਟੀ ਨੂੰ ਭਲਾ ਅਸੀਂ ਕਿਵੇਂ ਭੁਲਾ ਸਕਦੇ ਹਾਂ। ਸੋ ਇਹ ਉਸ ਸਾਲ ਦੇ ਚੜ੍ਹਨ ਨਾਲ ਉਹ ਨੁਕਸਾਨ ਹੋਇਆ। ਸੋ ਇਸੇ ਪ੍ਰਕਾਰ ਜਸਵੀਰ ਸਿੰਘ ਖੁਸ਼ਦਿਲ ਖੇਲਿਆਂ ਵਾਲੀ, ਉਹ ਵੀ ਸਾਡੇ ਤੋਂ ਸਾਲ ਦੇ ਸ਼ੁਰੂ ਵਿੱਚ ਵਿਦਾਇਗੀ ਲੈ ਗਏ। ਅਤੇ ਇਸ ਸਾਲ ਨੇ ਸਾਡਾ ਹੋਰ ਵੀ ਕਾਫੀ ਨੁਕਸਾਨ ਕੀਤਾ ਹੈ। ਤਾਂ ਜਦੋਂ ਅਸੀਂ ਝਾਤ ਮਾਰਦੇ ਹਾਂ ਕਿ ਸਾਡੇ ਤੋਂ ਡਰ ਵੀ, ਉਹ ਵੀ ਸਾਲ ਦੀ ਸ਼ੁਰੂਆਤ ਵਿੱਚ ਚਲੇ ਗਏ। ਜਿੱਥੋਂ ਤੱਕ ਲੇਖਕਾਂ ਦੀ ਗੱਲ ਹੈ, ਹਰਬੰਸ ਮਾਛੀਵਾੜਾ ਜੀ ਬੜੇ ਹੀ ਸੰਵੇਦਨਸ਼ੀਲ ਸ਼ਾਇਰ ਸਨ ਅਤੇ ਉਹਨਾਂ ਦੀ ਸ਼ਾਇਰੀ ਕਮਾਲ ਦੀ ਸੀ। ਸਾਲ ਦੇ ਸ਼ੁਰੂ ਵਿੱਚ ਉਹ ਵੀ ਸਾਡੇ ਤੋਂ ਵਿਛੋੜਾ ਲੈ ਗਏ, ਅਤੇ ਜਿਸ ਨਾਲ ਪੰਜਾਬੀ ਸਾਹਿਤ ਨੂੰ ਕਾਫੀ ਘਾਟਾ ਪਿਆ। ਸੋ ਇਸੇ ਪ੍ਰਕਾਰ ਇੰਦਰ ਸਿੰਘ ਖਾਮੋਸ਼ ਨਾਵਲ ਲਿਖਦੇ ਸਨ ਅਤੇ ਬੜਾ ਵਧੀਆ ਨਾਵਲ ਲਿਖਦੇ ਸਨ, ਇੱਕ ਵਿਲੱਖਣ ਕਿਸਮ ਦਾ ਨਾਵਲ ਲਿਖਦੇ ਸਨ। ਸੋ ਉਹ ਵੀ ਨਹੀਂ ਰਹੇ। ਸੋ ਦਲੀਪ ਕੌਰ ਟਿਵਾਣਾ ਜੀ ਨੂੰ ਭਲਾ ਕੌਣ ਨਹੀਂ ਜਾਣਦਾ, ਅਤੇ ਬੜੇ ਪਾਠਕ ਸਨ ਉਹਨਾਂ ਦੇ ਨਾਵਲ ਕਮਾਲ ਦੇ ਹੁੰਦੇ, ਅਤੇ ਬਾਕੀ ਲਿਖਤਾਂ ਦੇ ਵਿੱਚ ਉਹ ਪਾਠਕ ਨੂੰ ਕੀਲਣ ਦੀ ਸਮਰੱਥਾ ਰੱਖਦੇ। ਲੇਕਿਨ ਇਸ ਸਾਲ ਦੇ ਸ਼ੁਰੂ ਵਿੱਚ ਉਹ ਵੀ ਤੁਰ ਗਏ, ਅਤੇ ਉਹਨਾਂ ਦਾ ਜਿਹੜਾ ਘਾਟਾ ਉਹ ਭੁਲਾਇਆ ਨਹੀਂ ਜਾ ਸਕਦਾ। ਸੋ ਜਸਵੰਤ ਕਮਲ ਜੀ, ਜਿਨ੍ਹਾਂ ਨੂੰ ਪੜ੍ਹ ਕੇ ਲੋਕਾਂ ਨੇ ਲਿਖਣਾ ਸਿੱਖਿਆ ਅਤੇ ਜਿਨ੍ਹਾਂ ਦੇ ਨਾਵਲ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੇ ਸਨ। ਸੋ ਜਸਵੰਤ ਕਮਲ ਜੀ 100 ਸਾਲ ਤੋਂ ਵੱਧ ਉਮਰ ਦੀ ਆਯੂ ਭੋਗ ਕੇ ਤੇ ਉਹ ਵੀ ਇਸ ਸੰਸਾਰ ਤੋਂ ਅਲਵਿਦਾ ਲੈ ਗਏ, ਜਿਸ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ। ਸੋ ਦੋਸਤੋ, ਕੁਲਦੀਪ ਸਿੰਘ ਧੀਰ ਜਿਹੇ ਲੇਖਕ ਸਨ ਜੋ ਬਾਕੀ ਲੇਖਾਂ ਦੇ ਨਾਲ ਵਿਗਿਆਨ ਬਾਰੇ, ਸਾਇੰਸਦਾਨਾਂ ਬਾਰੇ ਲਿਖਦੇ, ਅਤੇ ਉਹਨਾਂ ਦੇ ਲਿਖਤਾਂ ਅਕਸਰ ਛਪਦੀਆਂ ਰਹਿੰਦੀਆਂ, ਉਹ ਵੀ ਚਲੇ ਗਏ। ਸੋ ਇਸੇ ਪ੍ਰਕਾਰ ਸੱਭਿਆਚਾਰ ਦਾ ਕਲ ਵਗਦਾ ਦਰਿਆ, ਡਾਕਟਰ ਦਰਿਆ ਅਚਾਨਕ ਹੀ ਛੋਟੀ ਉਮਰ ਦੇ ਵਿੱਚ ਚਲੇ ਗਏ। ਸੋ ਉਹ ਵੀ ਇਸ ਸਾਲ ਵਿੱਚ ਨਾ ਪੂਰਿਆ ਜਾਣ ਵਾਲਾ ਘਾਟਾ ਸੀ, ਅਤੇ ਉਹਨਾਂ ਦੀ ਯਾਦ, ਉਹਨਾਂ ਦੀਆਂ ਤਕਰੀਰਾਂ ਸਾਨੂੰ ਹਮੇਸ਼ਾ ਯਾਦ ਆਉਂਦੀਆਂ ਰਹਿਣਗੀਆਂ, ਅਤੇ ਉਹਨਾਂ ਦਾ ਕੀਤਾ ਕੰਮ ਵੀ ਯਾਦ ਰੱਖਿਆ ਜਾਵੇਗਾ। ਪ੍ਰੋਫੈਸਰ ਹਮਦਰਦ ਵੀਰ ਨਿਸ਼ਾਇਰ ਵੀ ਬਹੁਤ ਸਾਰੀਆਂ ਕਿਤਾਬਾਂ ਦੇ ਲੇਖਕ ਤੋਂ ਮੇਰੇ ਉਹ ਅਧਿਆਪਕ ਵੀ ਸਨ। ਹਮੇਸ਼ਾ ਹੱਲਾਸ਼ੇਰੀ ਦਿੰਦੇ ਨਵੇਂ ਲਿਖਣ ਵਾਲਿਆਂ ਨੂੰ। ਸਾਹਿਤ ਸਭਾਵਾਂ ਦੀ ਜਿੰਦ ਜਾਨ ਸਨ, ਬੜਾ ਅੱਛਾ ਲਿਖਦੇ ਸਨ, ਅਤੇ ਇੱਕ ਜੋਗੀ ਦੀ ਤਰ੍ਹਾਂ ਉਹਨਾਂ ਨੇ ਕੰਮ ਕੀਤਾ। ਸੋ ਇਸੇ ਪ੍ਰਕਾਰ ਪ੍ਰੋਫੈਸਰ ਅਵਤਾਰ ਸਿੰਘ ਜੌੜਾ ਪੂਨੇ ਰਹਿੰਦੇ ਸਨ, ਆਲੋਚਕ ਸਨ। ਉਹਨਾਂ ਦੇ ਲੇਖ ਵੀ ਅਕਸਰ ਅਖਬਾਰਾਂ ਮੈਗਜ਼ੀਨਾਂ ਵਿੱਚ ਛਪਦੇ ਰਹਿੰਦੇ। ਸੋ ਉਹ ਵੀ ਇਸ ਸਾਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ, ਅਤੇ ਉਹਨਾਂ ਦਾ ਕੀਤਾ ਕੰਮ ਵੀ ਯਾਦ ਰੱਖਿਆ ਜਾਵੇਗਾ। ਸੋ ਖੇਡਾਂ ਦੇ ਖੇਤਰ ਦੇ ਵਿੱਚ ਬਲਵੀਰ ਸਿੰਘ ਹਾਕੀ ਵਾਲੇ, ਜਿਨ੍ਹਾਂ ਨੇ ਓਲੰਪਿਕ ਖੇਡਾਂ ਦੇ ਵਿੱਚ ਭਾਗ ਲਿਆ ਅਤੇ ਭਾਰਤ ਦਾ ਸਿਰ ਉੱਚਾ ਕੀਤਾ, ਕਈ ਵਾਰ ਸੋਨ ਤਮਗੇ ਲੈ ਕੇ ਆਏ, ਤਾਂ ਉਹ ਵੀ ਆਪਣੀ ਆਯੂ ਭੋਗ ਕੇ ਇਸ ਸਾਲ ਵਿੱਚ ਰੁਖਸਤ ਹੋ ਗਏ, ਅਤੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਖੇਡਾਂ ਦੇ ਖੇਤਰ ਦੇ ਵਿੱਚ ਕਰਮ ਸਿੰਘ ਪੂਨੀਆ ਤੁਹਾਡੇ ਟੋਰਾਂਟੋ ਰਹਿੰਦੇ ਸਨ, ਅਤੇ ਜਦੋਂ ਕੋਵਿਡ ਸ਼ੁਰੂ ਹੋਇਆ, ਕੋਵਿਡ ਨੇ ਜਿੱਥੇ ਹੋਰ ਨੁਕਸਾਨ ਕੀਤਾ, ਉੱਥੇ ਕਰਮ ਸਿੰਘ ਪੂਨੀਆ ਵੀ ਇਸ ਦਾ ਸ਼ਿਕਾਰ ਹੋ ਗਏ, ਜਿਸ ਨਾਲ ਸਮਾਜ ਨੂੰ ਅਤੇ ਹੋਰ ਬਾਕੀ ਖੇਤਰਾਂ ਦੇ ਵਿੱਚ ਇੱਕ ਬੜਾ ਵੱਡਾ ਘਾਟਾ ਪਿਆ, ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸਾਡੇ ਮਾਤਾ ਜੀ ਬੀਬੀ ਹਰਭਜਨ ਕੌਰ, ਉਹ ਵੀ 15 ਮਈ 2020 ਦੇ ਵਿੱਚ ਸਾਨੂੰ ਛੱਡ ਕੇ ਚਲੇ ਗਏ। ਉਹਨਾਂ ਨੇ ਸਾਨੂੰ ਪਾਲਿਆ ਪੋਸਿਆ, ਵੱਡਾ ਕੀਤਾ, ਪੜ੍ਹਾਇਆ ਲਿਖਾਇਆ, ਅਤੇ ਕੈਨੇਡਾ ਦੇ ਵਿੱਚ ਆ ਕੇ ਵੀ ਸਾਡੀ ਬੜੀ ਮਦਦ ਕੀਤੀ। ਸੋ ਉਹਨਾਂ ਨੂੰ ਵੀ ਕਦੀ ਭੁਲਾਇਆ ਨਹੀਂ ਜਾ ਸਕਦਾ, ਅਤੇ ਹਮੇਸ਼ਾ ਉਹਨਾਂ ਦੀਆਂ ਯਾਦਾਂ ਆਉਂਦੀਆਂ ਰਹਿਣਗੀਆਂ। ਸੋ ਇਹ ਸਾਲ ਉਹਨਾਂ ਨੂੰ ਵੀ ਸਾਡੇ ਕੋਲੋਂ ਲੈ ਗਿਆ। ਫਿਲਮੀ ਖੇਤਰ ਦੇ ਵਿੱਚ ਰਿਸ਼ੀ ਕਪੂਰ ਜੀ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਉਹਨਾਂ ਦੀਆਂ ਫਿਲਮਾਂ, ਭਾਵੇਂ ਉਹ ਚਾਂਦਨੀ ਹੋਵੇ, ਭਾਵੇਂ ਲੈਲਾ ਮਜਨੂ ਹੋਵੇ, ਹੋਰ ਅਨੇਕਾਂ ਫਿਲਮਾਂ ਦੇ ਨਾਂ ਲਏ ਜਾ ਸਕਦੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਅਦਾਕਾਰੀ ਕਮਾਲ ਦੀ ਸੀ।
ਉਹ ਵੀ ਛੱਡ ਕੇ ਚਲੇ ਗਏ। ਇਸੇ ਤਰ੍ਹਾਂ ਇਰਫਾਨ ਖਾਨ ਬੜੇ ਵਧੀਆ ਐਕਟਰ ਸਨ, ਉਹ ਵੀ ਇਸ ਸਾਲ ਦੇ ਵਿੱਚ ਚਲੇ ਗਏ। ਅਤੇ ਜਦੋਂ ਅਸੀਂ ਹੋਰ ਅਦਾਕਾਰਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਸੁਸ਼ਾਂਤ ਸਿੰਘ ਰਾਜਪੂਤ, ਜਿਨ੍ਹਾਂ ਦੀ ਕਾਫੀ ਚਰਚਾ ਰਹੀ ਕਿ ਉਹਨਾਂ ਕੋਈ ਕਹਿੰਦਾ ਸੀ ਖੁਦਕੁਸ਼ੀ ਕੀਤੀ, ਕੋਈ ਕਹਿੰਦਾ ਸੀ ਇਹ ਕਤਲ ਹੈ, ਲੇਕਿਨ ਉਹਨਾਂ ਦਾ ਭਰ ਜਵਾਨੀ ਵਿੱਚ ਚਲੇ ਜਾਣਾ ਬੜਾ ਹੀ ਦੁਖਦਾਇਕ ਸਾਬਤ ਹੋਇਆ। ਅਮਰੀਕਾ ਦੀ ਇਲੈਕਸ਼ਨ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚੀ ਰੱਖਿਆ ਅਤੇ ਪ੍ਰੈਜ਼ੀਡੈਂਟ ਟਰੰਪ, ਜੋ ਬਾਈਡਨ, ਇਹਨਾਂ ਦੀ ਆਪਸੀ ਗੱਲਬਾਤ, ਇਹਨਾਂ ਦੀਆਂ ਬਹਿਸਾਂ ਅਤੇ ਸਾਰੇ ਲੋਕਾਂ ਦਾ ਧਿਆਨ ਖਿੱਚਦੀਆਂ ਰਹੀਆਂ। ਇਸੇ ਤਰ੍ਹਾਂ ਪਹਿਲੀ ਵਾਰ ਏਸ਼ੀਅਨ ਮੂਲ ਦੀ ਕਮਲਾ ਹੈਰਿਸ ਇਲੈਕਸ਼ਨ ਦੇ ਵਿੱਚ ਚੁਣ ਕੇ ਆਈ। ਸੋ ਬਲੈਕ ਲਾਈਫ ਮੈਟਰ ਕਾਫੀ ਚਰਚਾ ਦੇ ਵਿੱਚ ਰਿਹਾ। ਨਸਲਵਾਦ ਦਾ ਸਿਰ ਇੱਕ ਵਾਰ ਫਿਰ ਉੱਚਾ ਹੋਇਆ ਅਤੇ ਲੋਕ ਇਸ ਦੇ ਖਿਲਾਫ ਇਕੱਠੇ ਹੋਏ। ਸੋ ਇਸੇ ਪ੍ਰਕਾਰ ਜਿਹੜਾ ਬੈਰੂਤ ਦੇ ਵਿੱਚ ਧਮਾਕਾ ਹੋਇਆ ਸੀ ਤਾਂ ਉਸਨੇ ਲੋਕਾਂ ਦੀਆਂ ਜਾਨਾਂ ਲਈਆਂ, ਤੋਂ ਕਾਫੀ ਚਰਚਾ ਦੇ ਵਿੱਚ ਰਿਹਾ। ਸੋ ਇਸੇ ਪ੍ਰਕਾਰ ਕਈ ਹੋਰ ਹਾਦਸੇ ਹੋਏ ਅਤੇ ਜਿਨ੍ਹਾਂ ਦੇ ਵਿੱਚ ਕੁਝ ਹਵਾਈ ਹਾਦਸਿਆਂ ਦੀ ਗੱਲ ਆਪਾਂ ਕਰਦੇ ਹਾਂ ਅੱਗੇ ਚੱਲ ਕੇ। ਅਤੇ ਇਹ ਹਵਾਈ ਹਾਦਸਾ ਜੋ ਹੈ ਈਰਾਨ ਦੇ ਵਿੱਚ ਹੋਇਆ, ਇਸ ਦੇ ਵਿੱਚ ਕਾਫੀ ਲੋਕ ਮਾਰੇ ਗਏ ਅਤੇ ਇਹ ਵੀ ਇਸ ਸਾਲ ਦੀ ਵਿੱਚ ਇੱਕ ਬੜੀ ਦੁਖਦਾਈ ਘਟਨਾ ਸੀ। ਤੋਂ ਕਾਫੀ ਚਿਰ ਇਸ ਦੀ ਚਰਚਾ ਚੱਲਦੀ ਰਹੀ। ਸੋ ਇਸੇ ਪ੍ਰਕਾਰ ਇੱਕ ਹਾਦਸਾ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਹੋਇਆ। ਸੋ ਉਸ ਦੇ ਵਿੱਚ ਵੀ ਕਾਫੀ ਸਾਰੇ ਲੋਕ ਜਿਹੜੇ ਮਾਰੇ ਗਏ। ਸੋ ਇਸ ਸਾਲ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਭਾਰਤ ਦੇ ਵਿੱਚ ਉਹ ਆਪਣੇ ਜ਼ੋਰਾਂ 'ਤੇ ਰਿਹਾ। ਸੋ ਜੋ ਮੇਰੇ ਇਹ ਰਿਕਾਰਡ ਕਰਨ ਤੱਕ ਅਜੇ ਵੀ ਚੱਲ ਰਿਹਾ ਹੈ। ਤੋਂ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਸੋ ਆਪਣੀਆਂ ਮੰਗਾਂ ਨੂੰ ਲੈ ਕੇ 3 ਖੇਤੀ ਆਰਡੀਨੈਂਸਾਂ ਦੇ ਖਿਲਾਫ ਇਹ ਕਿਸਾਨ ਸੜਕਾਂ 'ਤੇ ਡਟੇ ਹੋਏ ਨੇ। ਤੋਂ ਸਾਡੀਆਂ ਸਾਰਿਆਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਇਹਨਾਂ ਨਾਲ ਜੁੜੀਆਂ ਹੋਈਆਂ ਨੇ ਅਤੇ ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ ਅਤੇ ਇਹ ਨਾਅਰਾ ਬੁਲੰਦ ਕਰਦੇ ਹਾਂ ਕਿ ਨੋ ਫਾਰਮਰ ਨੋ ਫੂਡ, ਅਤੇ ਸਾਨੂੰ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ। ਅਤੇ ਇਹ ਇਸ ਸਾਲ ਦੀ ਆਖਰ ਦੇ ਵਿੱਚ ਇਹ ਡਟੇ ਹੋਏ ਨੇ। ਸੋ ਦੋਸਤੋ, ਆਪਾਂ ਇਸ ਸਾਲ ਦੇ ਵਿੱਚ ਬੜਾ ਕੁਝ ਗਾਇਆ ਹੈ ਅਤੇ ਚੰਗੀਆਂ ਗੱਲਾਂ ਵੀ ਹੋਈਆਂ ਹੋਣਗੀਆਂ। ਅਤੇ ਮੈਂ ਮੇਜਰ ਮੰਗਟ ਜਿੱਥੇ ਇਸ ਸਾਲ ਨੂੰ ਅਲਵਿਦਾ ਆਖਦਾ ਹਾਂ, ਉੱਥੇ ਕਾਮਨਾ ਕਰਦਾ ਹਾਂ ਕਿ ਅਗਲਾ ਸਾਲ 2021 ਤੁਹਾਡੇ ਸਾਰਿਆਂ ਲਈ ਵਧੀਆ ਮੌਕਾ ਲੈ ਕੇ ਆਵੇ ਅਤੇ ਜ਼ਿੰਦਗੀ ਹੈ ਜਿਹੜੀ ਉਹ ਫਿਰ ਤੋਂ ਇੱਕ ਸਹੀ ਰਾਹ 'ਤੇ ਚੱਲ ਸਕੇ ਅਤੇ ਜ਼ਿੰਦਗੀ ਨੂੰ ਅਸੀਂ ਮਾਣ ਸਕੀਏ। ਸੋ ਉਮੀਦ ਕਰਦਾ ਹਾਂ ਦੋਸਤੋ ਇਹ ਨਿੱਕੀ ਜਿਹੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਮੇਰੇ ਵੱਲੋਂ ਯਾਨੀ ਮੇਜਰ ਮੰਗਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਨਿਊ ਈਅਰ ਅਤੇ ਇਸ ਸਾਲ ਨੂੰ ਅਲਵਿਦਾ।